तेरा कीता जातो नाही, मैनो जोग कितोई। तेरा कीता जातो नाही, मैनो जोग कितोई। मैं निर्गुण आरे को गुण नाही, आपे तरस पयोई। मैं निर्गुण आरे को गुण नाही, आपे तरस पयोई। आपे तरस पयोई, आपे तरस पयोई। नाम मिले तां जीवा, नाम मिले तां जीवा। नानक नाम मिले तां जीवा, जीवा। नाम मिले तां जीवा, नानक नाम मिले तां जीवा। तरस पया मेह रामत होई, सतगुर सजन मिलिया। नानक नाम मिले तां जीवा, तन मन थीवै हरिया। नानक नाम मिले तां जीवा, तन मन थीवै हरिया। तन मन थीवै हरिया, तन मन थीवै हरिया। नाम मिले तां जीवा, नाम मिले तां जीवा। नानक नाम मिले तां जीवा। वाहिगुरु जी नाम मिले तां जीवा। नानक नाम मिले तां जीवा। हाँ नानक नाम मिले तां जीवा। हाँ नानक नाम मिले तां जीवा। तूं ठाकरो बैरागरो, मैं जेही कण चेरी रां। 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 तूं ठाकरो बैरागरो, तूं ठाकरो बैरागरो। मैं
मैं जेही कण चेरी राह, मैं जेही कण चेरी राह, तू ठाकरो बैरागरो, तू ठाकरो बैरागरो, मैं जेही कण चेरी राह, मैं जेही कण चे, तू सागरो रत्नागरो, तू सागरो रत्नागरो, हाँ सार न जाना तेरी राह, हाँ सार न जाना तेरी राम, तू ठाकरो बैरागरो, तू ठाकरो बैरागरो, मैं जेही कण चेरी राह, मैं जेही कण चेरी राह। सार न जाना तू वडदाना, कर में रमत साई, सार न जाना तू वडदाना, कर मेहरम मत साई, कृपा की जय सामत दी जय, आठ पहर तुद त्याई, कृपा की जय सामत दीजै, आठ पहर तुद त्याई, तू सागरो रत्नागरो, तू सागरो रत्नागरो, हाँ सार न जाना तेरी राम, हाँ सार न जाना तेरी राम, तू ठाकरो बैरागरो, तू ठाकरो बैरागरो, मैं जेही कण चेरी राह, मैं जेही कण चेरी राह, तू ठाकरो बैरागरो, तू ठाकरो बैरागरो, मैं जेही कण चेरी राह, मैं जेही कण चेरी राह। गर्भ न की जय रेण होवी जय, तागत जिय रे तेरी, गर्भ न की जय रेण होवी जय,
ਤਾਂ ਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ। ਨਾਨਕ ਸਾਬੇ ਉਪਰ, ਸਾਬੇ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਸਾਬੇ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾ। ਤੂੰ ਠਾਕਰੋ ਰਾਗਰੋ, ਤੂੰ ਸਾਗਰੋ ਰਤਨਾਗਰੋ, ਹਾਂ ਸਾਰ ਨ ਜਾਣਾ ਤੇਰੀ ਰਾਮ। ਹਾਂ ਸਾਰ ਨ ਜਾਣਾ ਤੇਰੀ ਰਾਮ। ਤੂੰ ਠਾਕਰੋ ਬੈਰਾਗਰੋ, ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਕਣ ਚੇਰੀ ਰਾਮ। ਮੈਂ ਜਿਹੀ ਕਣ ਚੇਰੀ ਰਾਮ। ਤੂੰ ਠਾਕਰੋ ਬੈਰਾਗਰੋ, ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਕਣ ਚੇਰੀ ਰਾਮ। ਮੈਂ ਜਿਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਤੂੰ ਸਾਗਰੋ ਰਤਨਾਗਰੋ, ਹਾਂ ਸਾਰ ਨ ਜਾਣਾ ਤੇਰੀ ਰਾਮ। ਹਾਂ ਸਾਰ ਨ ਜਾਣਾ ਤੇਰੀ ਰਾਮ। ਤੂੰ ਠਾਕਰੋ ਬੈਰਾਗਰੋ, ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਕਣ ਚੇਰੀ ਰਾਮ। ਮੈਂ ਜਿਹੀ ਕਣ ਚੇਰੀ ਰਾਮ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਜੀ ਜੋ ਆਪਾਂ ਦਰਸ਼ਨ ਕੀਤੇ ਥੋੜੇ ਜਿਹੇ ਆਪਣੇ ਅੰਦਰ ਦੇ ਕਿ ਪਰਮਾਤਮਾ ਨੇ ਕੀ ਕਿੱਥੇ ਕਿੱਥੇ ਤੇ ਕਿਸ ਤਰ੍ਹਾਂ ਅੰਦਰ ਆਪਣੇ ਫਿੱਟ ਕੀਤਾ ਹੋਇਆ, ਕਿਹੜੇ ਕਿਹੜੇ ਅੰਦਰਲੇ ਅੰਗ ਤੇ ਉਹ ਕਿਸ ਤਰ੍ਹਾਂ ਚਲਾ ਰਹੇ। ਇਹ ਬਹੁਤ ਜਾਗੇ ਹੋਏ ਮਨ ਵਾਸਤੇ ਇਹ ਇੰਨੀ ਕਮਾਲ ਦੀ ਗੱਲ ਇਸ ਨੂੰ ਸਮਝਣਾ ਤੇ ਫਿਰ ਇਸ ਦੀ ਉਸ ਤੇ ਪਰਉਪਕਾਰਾਂ ਦੀ ਕੀਮਤ ਪਾਉਣੀ। ਆਪਾਂ ਇਹ ਫਿਰ ਕਰਾਂਗੇ ਮਹਾਰਾਜ ਜੀ ਦੀ ਮਿਹਰ ਨਾਲ, ਜੇ ਉਹਨਾਂ ਨੇ ਚਾਹਿਆ ਤੇ ਫਿਰ ਜਿਸ ਤਰ੍ਹਾਂ ਆਪਾਂ ਪਿਊਬਿਕ ਬੋਨ ਤੇ ਹੋਰ ਉਹ ਪਿਕਚਰ ਬਣਾ ਕੇ ਦੇਖਦੇ ਸਾਂ, ਉਸ ਤਰ੍ਹਾਂ ਆਪਾਂ ਸਾਰੇ ਅੰਗਾਂ ਦੇ ਅੰਦਰ ਜਿਸ ਤਰ੍ਹਾਂ ਬਣਾਵਟ ਔਰ ਉਹਨਾਂ ਦੀ ਸਥਿਤੀ ਸਭ ਕੁਛ ਉਹ ਫੋਟੋਆਂ ਰਾਹੀਂ ਦੇਖਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਹੁਣ ਸਿਰਫ ਇੰਨਾ ਕੀ ਜੋ ਐਤਕੀ ਅਸੀਂ ਗੱਲ ਕਰਨੀ ਚਾਹੁੰਦੇ ਸਾਂ ਕਿ ਜੇ ਆਪਣਾ ਸਾਹ ਲੈਣ ਦਾ ਤਰੀਕਾ ਠੀਕ ਹੈ, ਕੁਦਰਤੀ ਹੈ, ਤੇ ਉਹਦੇ ਨਾਲ ਸਿਮਰਨ ਵੀ ਆਸਾਨੀ ਨਾਲ ਹੁੰਦਾ, ਕਿਉਂਕਿ ਆਪਣਾ ਕੁਦਰਤੀ ਸੁਭਾਅ ਹੈ। ਸੁਭਾਅ ਬਦਲ ਗਿਆ ਕਰਕੇ ਲੱਗਦਾ ਨਹੀਂ ਕਿ ਕੁਦਰਤੀ ਸੁਭਾਅ, ਆਪਣਾ ਕੁਦਰਤੀ ਸੁਭਾਅ ਹੈ ਕਿ ਕਿਸੇ ਜੀਂਦੀ ਜਾਗਦੀ ਚੀਜ਼ ਨਾਲ ਰਹਿਣਾ। ਬਾਹਰ ਆਪਾਂ ਜੋ ਦੂਸਰਿਆਂ ਨਾਲ ਰਿਸ਼ਤੇਦਾਰੀਆਂ ਬਣਾਉਂਦੇ ਹਾਂ, ਉਹ ਵੀ ਜੀਂਦੇ ਜਾਗਦਿਆਂ ਨਾਲ ਬਣਾਉਂਦੇ ਹਾਂ, ਪਰ ਉਹ ਆਪਣੇ ਤੋਂ ਪਰਾਂ ਹੁੰਦੇ। ਉਹਨਾਂ ਦੀ ਆਪਣੀ ਹਸੀਅਤ ਹੈ, ਉਹਨਾਂ ਦਾ ਆਪਣਾ ਅੰਦਰ ਹੈ, ਉਹਨਾਂ ਦੀ ਸੁਰਤੀ ਦੀ ਆਪਣੀ ਹਾਲਤ ਹੈ, ਜੋ ਹੋਰ ਕਿਸੇ ਦੀ ਵੀ ਦੁਨੀਆ ਵਿੱਚ ਬਿਲਕੁਲ ਉਹੀ ਹਾਲਤ ਹੋ ਨਹੀਂ ਸਕਦੀ, ਗਾਂਹ ਪਿਛਾਂਹ ਹੋਊਗੀ। ਸੋ ਆਪਣਾ ਕੁਦਰਤੀ ਸੁਭਾਅ ਹੈ
पर ਉਹ ਕਿਸੇ ਆਪਾਂ ਚਾਹੁੰਦੇ ਹਾਂ ਬਾਹਰ ਕਿਸੇ ਨਾਲ ਆਪਣਾ ਰਿਸ਼ਤਾ ਬਣੇ ਜੋ ਆਪਾਂ ਨੂੰ ਪਿਆਰ ਕਰੇ ਤੇ ਆਪਾਂ ਵੀ ਉਹਨੂੰ ਅੰਤਾਂ ਦਾ ਪਿਆਰ ਕਰ ਸਕੀਏ। ਇਹ ਆਪਣੀ ਸੁਰਤੀ ਦਾ ਸੁਭਾਅ ਹੈ। ਪਰ ਇਹ ਭੁੱਲ ਗਈ ਬਾਹਰ ਉਹ ਚੀਜ਼ ਲੱਭਦੀ, ਉਹ ਬਾਹਰ ਹੈ ਨਹੀਂ। ਉਹ ਚੀਜ਼ ਅੰਦਰ ਸੀ। ਕਿਸੇ ਨਾਲ ਇਸ਼ਕ ਕਰਨਾ ਸੀ, ਉਹ ਅੰਦਰ ਸੀ। ਕਿਸੇ ਜੀਂਦੇ ਨਾਲ ਉਹ ਜੀਂਦਾ ਵੀ ਉਹ ਜਿਹੜਾ ਆਪਣਾ ਆਪਣੇ ਤੋਂ ਥੋੜ੍ਹਾ ਬਹੁਤਾ ਵੀ ਅਲੱਗ ਨਾ ਹੋਵੇ, ਪਰਾਂ ਨਾ ਹੋਵੇ। ਆਪਾਂ ਦੇਖਦੇ ਹਾਂ ਜੋ ਬਾਹਰ ਦੀ ਰਿਸ਼ਤੇਦਾਰੀਆਂ ਉਹ ਇਸ ਅੰਦਰ ਦੀ ਰਿਸ਼ਤੇਦਾਰੀ ਤੋਂ ਬਿਲਕੁਲ ਅਲੱਗ ਹਨ। ਇਸ ਕਾਰਨ ਹੀ ਆਪਾਂ ਨੂੰ ਕਦੀ ਬਾਹਰੋਂ ਸੰਤੁਸ਼ਟੀ ਨਹੀਂ ਮਿਲ ਸਕਦੀ, ਕਿਉਂਕਿ ਆਪਣਾ ਜੋ ਅੰਦਰ ਲੱਭਦਾ ਹੈ ਉਹ ਕੁਛ ਹੋਰ ਲੱਭਦਾ ਹੈ। ਤੇ ਜਿਹਨੂੰ ਲੱਭਦਾ ਹੈ ਉਹ ਵੀ ਅੰਦਰ ਹੀ ਹੈ। ਤੇ ਐਤਕੀ ਇੰਨਾ ਕਿ ਆਪਾਂ ਸਵਾਸ ਠੀਕ ਤਰੀਕੇ ਨਾਲ, ਕੁਦਰਤੀ ਤਰੀਕੇ ਨਾਲ ਲੈਣਾ ਸਿੱਖ ਲਈਏ। ਜਦੋਂ ਆਪ ਕੁਦਰਤੀ ਤਰੀਕਾ, ਉਹ ਛੋਟਾ ਜਿਹਾ ਬੇਬੀ ਜਿਸ ਤਰ੍ਹਾਂ ਸਾਹ ਲੈਂਦਾ, ਉਹਦਾ ਪੇਟ ਉੱਪਰ ਥੱਲੇ ਹੁੰਦਾ, ਛਾਤੀ ਨਹੀਂ, ਕਿਉਂਕਿ ਉਹ ਪੂਰਾ ਸ਼ਾਂਤ ਹੈ, ਰਿਲੈਕਸਡ ਹੈ। ਡਾਇਫਰਾਮ ਤੋਂ ਸਾਹ ਲੈਣਾ ਕੁਦਰਤੀ ਹੈ। ਪਰਮਾਤਮਾ ਆਪਣਾ ਜਦੋਂ ਸਾਹ ਲੈਂਦੇ, I was saying that God willing sometime we will, with His grace, look at the different inner organs and try to know little bit about all those organs. That's all we can do, to know little bit about them. How they are packed. It's unbelievable when we would see that how in this small space, how many organs are packed, and how beautifully and how scientifically, mathematically, intellectually, in every way. Right now, we should only learn that my breathing system should run naturally, and that the natural way is that when we breathe in, when Maharaji breathes in to us, the lungs are inflated with the air, and then Maharaji pushes with the lungs the diaphragm downward. That happens naturally. No effort is needed to do that if we are breathing normally. So when he breathes into us, he fills the upper parts of our lungs with the breath.
And then the diaphragm, which is just below the lungs and the heart, the diaphragm expands downward, making the lung expand downward, and hence pulling the oxygen which was on the upper part of the lung, pulling that oxygen downward where the blood is collected in the lung, and mix that oxygen into the blood, and then take that blood into the heart, into the left side of the heart, and the heart pumps that blood throughout the body. So अपने वास्ते बहुत मुश्किल है जी कि आप हर वक्त जे देखिए श्वास नूं कि किस तरह श्वास अंदर जांदा ते डायफ्राम फुलदा, वो आप नहीं कर सकते, पर एक काम कर सकते हैं सारा दिन ही घड़ी मुड़ी देख के कि जिथे डायफ्राम है जी, देखना जी जिथे अपना डायफ्राम है, the layer of muscles which separate our stomach from the chest. And please look at that. Locate that. And now, staying there, let us breathe in and breathe out. Staying there, feel that we are breathing in and out. So don't worry about the breathing, just look at the diaphragm. It should go down and then rise up again. ਧਿਆਨ ਨਾਲ ਦੇਖਣਾ ਜੀ। ਆਪਾਂ ਸਾਰਾ ਦਿਨ ਸਵਾਸ ਕਿਸ ਤਰ੍ਹਾਂ ਚੱਲਦੇ ਹਨ ਉਹ ਨਹੀਂ ਦੇਖ ਸਕਦੇ ਜੀ, ਪਰ ਬਹੁਤ ਆਸਾਨੀ ਨਾਲ ਇੱਕ ਸ਼ਿਨ ਵਿੱਚ ਡਾਇਫਰਾਮ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਡਾਇਫਰਾਮ ਸਵਾਸ ਦੇ ਨਾਲ ਉੱਪਰ ਹੇਠਾਂ ਹੋ ਰਿਹਾ ਕਿ ਨਹੀਂ। ਉੱਥੇ ਰਹਿ ਕੇ ਸਵਾਸ ਲੈਣਾ ਜੀ, ਮਹਿਸੂਸ ਕਰਨਾ ਕਿ ਸਵਾਸ ਆਪਾਂ ਨੱਕ ਵਿੱਚੋਂ ਨਹੀਂ ਲੈ ਰਹੇ, ਉੱਥੋਂ ਹੀ ਸਵਾਸ ਲੈ ਰਹੇ ਹਾਂ ਅਤੇ ਉੱਥੋਂ ਹੀ ਡਾਇਫਰਾਮ ਥੱਲੇ ਨੂੰ ਜਾਂਦਾ ਹੈ ਅਤੇ ਫਿਰ ਉੱਪਰ ਨੂੰ ਆਉਂਦਾ ਹੈ। ਧਿਆਨ ਨਾਲ ਦੇਖਣਾ ਜੀ। ਅੱਧ-ਵ੍ਰਿਤੀ ਜੀ ਸੁਰਤੀ ਨਾਲ ਨਹੀਂ ਜੀ, ਇੱਥੇ ਤੇ 100% ਸੁਰਤੀ ਚਾਹੀਦੀ। ਜਦੋਂ ਵਾਹੀ ਕਹਿਣਾ ਤੇ ਡਾਇਫਰਾਮ ਹੇਠਾਂ ਨੂੰ ਜਾਊ ਜੀ, ਜਦੋਂ ਗੁਰੂ ਕਹਿਣਾ ਤੇ ਡਾਇਫਰਾਮ ਉੱਪਰ ਨੂੰ ਆਊ। Let us feel that when we say Vahi in our consciousness, the diaphragm would get pushed down and will rise up when there is the word Guru in our consciousness.
ਮਹਿਸੂਸ ਹੁੰਦਾ ਜੀ। ਉੱਥੇ ਰਹਿਣਾ ਜੀ। ਜੇ ਉਹਨੂੰ ਮਹਿਸੂਸ ਕਰ ਰਹੇ ਹਾਂ ਤੇ ਪਰਮਾਤਮਾ ਦੇ ਹੱਥ ਨੂੰ ਮਹਿਸੂਸ ਕਰ ਰਹੇ ਹਾਂ। ਜੀ 2 ਦਿਨ ਹੋਏ ਇੱਕ ਚਿੱਠੀ ਸੰਗਤ ਨੇ ਦਿੱਤੀ ਸੀ। ਉਹਦੇ 'ਚ ਉਹਨਾਂ ਨੇ ਲਿਖਿਆ ਸੀ ਕਿ ਮੈਨੂੰ ਕੁਛ ਮਹਿਸੂਸ ਨਹੀਂ ਹੁੰਦਾ ਅੰਦਰ। ਇਹਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਆਪਾਂ ਜੋ ਆਪਾਂ ਨੂੰ ਸੁਣਨ ਦੀਆਂ ਪੌੜੀਆਂ ਮਹਾਰਾਜ ਜੀ ਸਮਝਾ ਰਹੇ ਕਿ ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਮਹਾਰਾਜ ਜੀ ਕਹਿੰਦੇ ਕਿ ਭਗਤਾਂ ਨੂੰ ਇਹ ਸਭ ਕੁਛ ਮਹਿਸੂਸ ਹੁੰਦਾ, ਉਹਨਾਂ ਨਾਲ ਵਰਤਦਾ ਹੈ ਤੇ ਆਪਾਂ ਨੂੰ ਭਗਤ ਤੇਰੀਆਂ ਭਗਤਾਂ ਕੋ ਬਲਿਹਾਰ, ਤੇਰੀਆਂ ਭਗਤਾਂ ਕੋ ਬਲਿਹਾਰ। Maharaj ji says that my devotees feel whatever I utter. And devotee, to become a devotee of God is the most beautiful experience. It's the most beautiful experience. ਇਸ ਨੂੰ ਆਪਾਂ ਸਮਝਣਾ ਜੀ ਕਿ ਭਗਤ ਕੀ ਹੁੰਦਾ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਅੰਦਰ ਸੱਚਾ ਨੇ ਕਿਉਂ ਜੀਵਨ ਪਿਰੀ ਵਿਹੂਣਿਆ। ਜਿਨ੍ਹਾਂ ਦਾ ਕਹਿੰਦੇ ਜਿਹਦੇ ਨਾਲ, ਜਿਨ੍ਹਾਂ ਦਾ ਸਾਡੇ ਨਾਲ ਇਸ਼ਕ ਹੈ ਅੰਦਰ ਵਸਦੇ ਨਾਲ, ਜਿਨ੍ਹਾਂ ਅੰਦਰ ਸੱਚਾ ਨੇ ਕਿਉਂ ਜੀਵਨ ਪਿਰੀ ਵਿਹੂਣੀ। ਕਹਿੰਦੇ ਜਿਨ੍ਹਾਂ ਦਾ ਸਾਡੇ ਨਾਲ ਇਸ਼ਕ ਹੈ ਉਹ ਸਾਡੇ ਤੋਂ ਬਿਨਾਂ ਜੀ ਹੀ ਨਹੀਂ ਸਕਦੇ। He says, those who have ishq with me, pure, most profound love, he said, they cannot live without me because they have experienced what ishq is. ਇਸ਼ਕ ਨੂੰ ਉਹਨਾਂ ਨੇ ਚੱਖਿਆ। ਇਸ਼ਕ ਚੀਜ਼ ਕੀ, ਉਹ ਹੁਣ ਜੀ ਨਹੀਂ ਸਕਦੇ ਉਹਦੇ ਬਿਨਾਂ। ਇਸ਼ਕ ਮਹਾਰਾਜ ਜੀ ਕਹਿੰਦੇ ਭਗਤ ਇਸ਼ਕ ਕਰਦਾ ਹੈ ਰੱਬ ਨਾਲ, ਦਿਲੋਂ ਮੁਹੱਬਤ, ਗੁਰਮੁਖ ਸੱਚੀ ਆਸ਼ਕੀ। ਕਿ ਭਗਤ ਇਸ਼ਕ ਕਰਦਾ ਰੱਬ ਨਾਲ, ਉਹਦੇ ਤੋਂ ਬਿਨਾਂ ਜੀ ਨਹੀਂ ਸਕਦਾ। ਇਸ਼ਕ ਜੀ ਰੱਬੀ ਦਾਤ ਹੈ ਤੇ ਜਿਹੜਾ ਦਿਲੋਂ ਮੰਗੇ ਉਹਨੂੰ ਦਿੰਦਾ ਹੈ ਉਹ। ਇਹ ਪ੍ਰੇਮ ਪੱਤਰ ਹਨ, ਗੁਰਬਾਣੀ ਪ੍ਰੇਮ ਪੱਤਰ। ਤੇ ਪ੍ਰੇਮ ਪੱਤਰ ਵਿੱਚ ਕੀ ਹੁੰਦਾ ਹੈ ਕਿ ਇੱਕ ਜਣਾ ਦੂਸਰੇ ਨੂੰ ਚਿੱਠੀ ਲਿਖਦਾ ਹੈ। ਚਿੱਠੀ ਜਿਸ ਨੇ ਲਿਖੀ ਉਸ ਦੇ ਅੰਦਰ ਦੇ ਭਾਵ
ਜ਼ਰੂਰੀ ਨਹੀਂ ਕਿ ਜਿਹਨੂੰ ਚਿੱਠੀ ਲਿਖੀ ਉਹ ਚਿੱਠੀ ਲਿਖਣ ਵਾਲੇ ਦਾ ਅੰਦਰ ਦਾ ਭਾਵ ਦੇਖ ਸਕੇ ਚਿੱਠੀ ਵਿੱਚ। ਫਰਕ ਸਿਰਫ ਇੰਨਾ ਹੈ ਜਿਹਨੂੰ ਦਿਸ ਪਿਆ ਕਿ ਇਹਨਾਂ ਲਫ਼ਜ਼ਾਂ ਵਿੱਚ ਕੀ, ਇਹਨਾਂ ਲਫ਼ਜ਼ਾਂ ਦੇ ਪਿੱਛੇ ਕੀ ਛੁਪਿਆ, ਇਹ ਲਫ਼ਜ਼ ਕਿੱਥੋਂ ਆਏ। ਉਹਨੇ ਬਹੁਤ ਕੁਛ ਦੇਖ ਲਿਆ, ਉਹਨੂੰ ਬਹੁਤ ਕੁਛ ਪਤਾ ਲੱਗਿਆ। When a love letter is written from a lover to the beloved, and when the beloved receives the letter, it's not necessary that she would fully grasp the message hidden in those words, because those are just words, but they are carrying some message, secretly message in them, which can only be decoded if the other person has the same type of ishq with the right. ਲਫ਼ਜ਼ ਤੇ ਸਿਰਫ ਲਫ਼ਜ਼ ਹਨ, ਗੁਰਬਾਣੀ ਦੇ ਲਫ਼ਜ਼ ਹੀ ਹਨ, ਪਰ ਉਹਨਾਂ ਦੇ ਵਿੱਚ ਛੁਪਿਆ ਹੋਇਆ ਸੁਨੇਹਾ, ਉਹ ਛੁਪਿਆ ਹੋਇਆ ਧੜਕਦਾ ਦਿਲ ਉਹਦਾ, ਜਿਹਨੂੰ ਉਹ ਦਿਸ ਪਿਆ, ਜਿਹਨੂੰ ਉਹ ਦਿਸ ਪਿਆ ਕੀ ਲਿਖਿਆ ਹੈ, ਉਹਨੂੰ ਬਹੁਤ ਕੁਛ ਦਿਸ ਪਿਆ। ਜਿਹਨੂੰ ਸਿਰਫ ਲਫ਼ਜ਼ ਹੀ ਦਿਸੇ, ਉਹਨਾਂ ਦੇ ਵਿਚਲੀ ਚੀਜ਼ ਨਹੀਂ ਦਿਸੀ, ਉਹਨੂੰ ਕੁਝ ਵੀ ਨਹੀਂ ਦਿਸਿਆ। ਫਰਕ ਸਿਰਫ ਇੰਨਾ ਹੈ। ਮਹਿਸੂਸ ਆਪਾਂ ਨੂੰ ਤਾਂ ਨਹੀਂ ਹੁੰਦਾ ਕਿ ਜੋ ਉਹਦੇ ਪ੍ਰੇਮ ਪੱਤਰ ਹਨ, ਆਪਾਂ ਇਹਨਾਂ ਦੇ ਅੰਦਰ ਜੋ ਉਹਨੇ ਛੁਪਾ ਕੇ ਭੇਜਿਆ ਸੀ, ਉਹਨੂੰ ਖੋਲ੍ਹਣ ਦੇ ਲਾਇਕ ਨਹੀਂ ਹਾਂ, ਉਹ ਖੋਲ੍ਹ ਨਹੀਂ ਸਕਦੇ। ਉਸ ਹਾਲਤ 'ਤੇ ਨਹੀਂ ਪੁੱਜੇ ਹਾਂ ਕਿ ਜਿੱਥੋਂ ਉਹਦੇ ਅੱਖਰਾਂ ਨੂੰ ਇੱਕ ਅੱਖਰ ਨੂੰ ਖੋਲ੍ਹ ਕੇ ਦੇਖੀਏ ਇਹਦੇ ਵਿੱਚ ਕੀ, ਇਹਦੇ ਵਿੱਚ ਕੀ, ਕਰੀਬ ਦਾ ਮਤਲਬ ਕੀ ਹੁੰਦਾ। ਜਿਹਨੇ ਦੇਖ ਲਿਆ ਖੋਲ੍ਹ ਕੇ, ਉਹਨੂੰ ਬਹੁਤ ਵੱਡੇ ਭੇਦ ਦਾ ਪਤਾ ਲੱਗ ਗਿਆ। ਉਹਨੂੰ ਇੱਕ ਚੀਜ਼ ਫਿਰ ਸਮਝ ਆ ਜਾਂਦੀ ਹੈ ਕਿ ਇਸ਼ਕ ਕਰਨਾ ਕੁਛ ਆਪਣੇ ਆਪ ਨੂੰ ਦੂਸਰੇ ਤੋਂ ਨਿਸ਼ਾਵਰ ਕਰ ਦੇਣਾ ਹੈ, ਮੰਗਣਾ ਕੁਛ ਨਹੀਂ ਹੈ, ਆਸ ਕੁਛ ਨਹੀਂ ਰੱਖਣੀ, ਬਸ ਉਹਦੇ ਤੋਂ ਫਿਦਾ ਹੋ ਜਾਣਾ। ਉਹ ਆਸ਼ਕੀ, ਉਹ ਹਾਲਤ ਜੋ ਹੈ ਉਹ ਆਪਣੀ ਸੁਰਤੀ ਨੂੰ ਆਜ਼ਾਦ ਕਰਦੀ ਹੈ। ਆਜ਼ਾਦ ਹੋ ਕੇ ਸੁਰਤੀ ਗਾ ਸਕਦੀ, ਆਜ਼ਾਦ ਹੋ ਕੇ ਸੁਰਤੀ ਤੁਰ ਸਕਦੀ, ਆਜ਼ਾਦ ਹੋ ਕੇ ਸੁਰਤੀ ਬੋਲ ਸਕਦੀ। I was saying that when we are in ishq with him, our consciousness becomes totally free. That free consciousness is not conscious about the self. It is conscious about the beloved. And his letters, his words
are to be decoded. And the key to decode them is our inner ishq. Inner ishq. Jinna andar sacha ne kyun jeevan piri vihoni. ਉਹ ਦੇਖਣ ਤੋਂ ਬਿਨਾਂ ਰਹਿ ਨਹੀਂ ਸਕਦੇ। ਉਹਨਾਂ ਨੂੰ ਨਾ ਵੀ ਦਿਸੇ ਤੇ ਉਹ ਫਿਰ ਵੀ ਨਾ ਦਿਸਣ ਵਿੱਚ ਵੀ ਉਹਨਾਂ ਨੂੰ ਦਿਸਦਾ ਹੁੰਦਾ, ਭਾਵੇਂ ਉਹ ਦੂਰ ਹੀ ਹੋਵੇ ਕਿਤੇ, ਭਾਵੇਂ ਉਹ ਦੂਰ ਹੀ ਹੋ। ਤੇ ਉਹ ਹਾਲਤ ਆ ਜਾਣੀ ਆਪਣੇ ਆਪ ਨੂੰ ਬੇਬਸ ਸਮਝਣਾ ਕਿ ਮੈਨੂੰ ਕੁਛ ਵੀ ਮਹਿਸੂਸ ਨਹੀਂ ਹੁੰਦਾ। ਇਹ ਹਾਲਤ ਆ ਸਮਝ ਲੈਣੀ, ਇੱਥੋਂ ਭਗਤ ਦਾ ਜਨਮ ਹੁੰਦਾ ਹੈ। ਜੇ ਉਂਝ ਹੀ ਸੁੱਤਿਆਂ ਸੁੱਤਿਆਂ ਕਹਿਣਾ ਕਿ ਮੈਨੂੰ ਕੁਝ ਮਹਿਸੂਸ ਨਹੀਂ ਹੁੰਦਾ, ਤੇ ਉਹ ਚੀਜ਼ ਆਪਣੇ ਅੰਦਰ ਦਰਦ ਨਾ ਜਗਾਵੇ, ਫਿਰ ਨਹੀਂ ਕੁਛ ਹੋਣਾ। ਉਹ ਚੀਜ਼ ਦਰਦ ਜਗਾਵੇ ਕਿ ਮੈਨੂੰ ਕਿਉਂ ਨਹੀਂ ਕੁਛ ਹੁੰਦਾ, ਫਿਰ ਉਸੇ ਵਕਤ ਹੋਊ। ਦਰਦ ਨਹੀਂ ਅਜੇ ਦਰਦ ਨਹੀਂ। ਦਰਦਾਂ ਦੀ ਕਹਾਣੀ, ਇਸ਼ਕ ਦਰਦ ਲਿਆਉਂਦਾ ਹੈ, ਔਰ ਉਹ ਦਰਦ ਹੀ ਜ਼ਿੰਦਗੀ ਬਾਰੇ ਪਤਾ ਦਿੰਦਾ ਹੈ ਕਿ ਜ਼ਿੰਦਗੀ ਕੀ ਹੈ। ਉਸ ਦਰਦ ਤੋਂ ਬਿਨਾਂ ਜ਼ਿੰਦਗੀ ਬੇਗਾਨੀ ਰਹਿ ਜਾਂਦੀ ਹੈ, ਬੇਗਾਨੀ ਜਿਹਨੂੰ ਜਾਣਦੇ ਨਹੀਂ ਜਾਣਦੇ। ਫਿਰ ਉਹਨੂੰ ਨੀਂਦ ਨਹੀਂ ਆਉਣੀ, ਦਰਦ ਜਾਗੂ। ਦਰਦ ਨੂੰ ਦੇਖਣਾ ਜੀ ਕਿ ਮੇਰੇ ਅੰਦਰ ਦਰਦ ਹੈ। ਉਸ ਦਰਦ ਨੇ ਆਪਣਾ ਅੰਦਰ ਕੋਮਲ ਕਰਨਾ, ਉਸ ਦਰਦ ਨੇ ਹੀ ਸਭ ਕੁਛ ਕਰਨਾ। ਲੰਘ ਲੰਘ ਗਈਆਂ ਰੁੱਤਾਂ ਵੇ ਸੱਜਣਾ, ਲੰਘੇ ਨਾ ਅੱਜ ਦੀ ਰਾਤ ਵੇ। ਜਿਸ ਦਿਨ ਦਰਦ ਜਾਗੂ, ਲੰਘ ਲੰਘ ਗਈਆਂ ਰੁੱਤਾਂ ਵੇ ਸੱਜਣਾ, ਲੰਘੇ ਨਾ ਅੱਜ ਦੀ ਰਾਤ ਵੇ। ਲੰਘ ਲੰਘ ਗਈਆਂ ਲੰਘੇ ਨਾ ਅੱਜ ਦੀ। ਦਰਦ ਪਲੀਜ਼, ਦਰਦ, that mysterious pain of which accompanies ishq, ਉਹ ਮਿਲਦਾ ਹੈ ਤੇ ਦਰਦ ਰਹਿੰਦਾ ਹੈ, ਨਹੀਂ ਮਿਲਦਾ ਹੈ ਤੇ ਦਰਦ ਰਹਿੰਦਾ ਹੈ। ਮਿਲਦਾ ਹੈ ਤੇ ਫਿਰ ਵੀ ਦਰਦ ਕਾਹਦਾ ਕਿ ਅਜੇ ਦੋ ਹਾਂ, ਅਜੇ ਦੋ। ਉਹ ਦਰਦ, ਹਾਂਜੀ, ਦਿਲੋਂ ਜੀ, ਦਿਲੋਂ, ਦਿਲੋਂ ਪਲੀਜ਼। ਲੰਘ ਲੰਘ ਗਈਆਂ ਰੁੱਤਾਂ ਵਿੱਚ, ਆਪਣੇ ਆਪ ਤੇ ਇਹ ਟਿਕਾਉਣੀ ਹਾਲਤ ਕਿ ਮੇਰੀ ਹਾਲਤ ਹੈ।
ਲੰਘ ਲੰਘ ਗਈਆਂ ਰੁੱਤਾਂ ਵੇ ਸੱਜਣਾ, ਲੰਘੇ ਨਾ ਅੱਜ ਦੀ ਰਾਤ ਵੇ। ਲੰਘ ਲੰਘ ਗਈਆਂ ਰੁੱਤਾਂ ਵੇ ਸੱਜਣਾ, ਲੰਘੇ ਨਾ ਅੱਜ ਦੀ ਰਾਤ ਵੇ। ਲੰਘ ਲੰਘ ਗਈਆਂ। ਬੀਬੇ ਥੋੜਾ ਉੱਚੀ ਬੋਲੋ ਜੀ, ਤਾਂ ਅਸੀਂ ਤੁਹਾਡੇ ਨਾਲ ਪੜਾਂਗੇ। ਲੰਘ ਲੰਘ ਗਈਆਂ ਰੁੱਤਾਂ ਵੇ ਸੱਜਣਾ, ਲੰਘੇ ਨਾ ਅੱਜ ਦੀ ਰਾਤ ਵੇ। ਲੰਘ ਗਈਆਂ ਪਹਿਲਾਂ ਤੇ ਬਹੁਤ ਰੁੱਤਾਂ ਲੰਘ ਗਈਆਂ, ਕਦੀ ਇਹ ਦਰਦ ਨਹੀਂ ਹੋਇਆ ਸੀ। ਅੱਜ ਕਿੰਨੀਆਂ ਰੁੱਤਾਂ ਲੰਘ ਗਈਆਂ, ਵਰੇ ਲੰਘ ਗਏ, ਅੱਜ ਦੀ ਇੱਕ ਰਾਤ ਨਹੀਂ ਲੰਘਦੀ। ਲੰਘ ਲੰਘ ਗਈਆਂ, ਕੁਛ ਬਦਲ ਗਿਆ ਅੰਦਰ, ਅੰਦਰ ਕੁਛ ਬਦਲ। ਲੰਘ ਲੰਘ ਗਈਆਂ ਰੁੱਤਾਂ ਵੇ ਸੱਜਣਾ, ਲੰਘੇ ਨਾ ਅੱਜ ਦੀ ਰਾਤ ਵੇ। ਲੰਘ ਲੰਘ ਗਈਆਂ ਲੰਘ ਲੰਘ ਹਰ ਪਲ ਸਾਨੂੰ ਛੂ ਕੇ ਲੰਘਦਾ। ਅੱਗੇ ਤੇ ਮੈਂ ਆਪਣੇ ਖਿਆਲਾਂ ਵਿੱਚ ਰਹਿੰਦੀ ਸਾਂ, ਪਤਾ ਵੀ ਨਹੀਂ ਲੱਗਦਾ ਸੀ ਕਦੋਂ ਦਿਨ ਲੰਘ ਗਿਆ, ਕਦੋਂ ਰਾਤ ਲੰਘ ਗਈ। ਇਸੇ ਤਰ੍ਹਾਂ ਕਿੰਨੀਆਂ ਰੁੱਤਾਂ ਵਰੇ ਲੰਘ ਗਏ, ਅੱਜ ਇੱਕ ਇੱਕ ਛਿਣ ਮੈਨੂੰ ਛੂ ਕੇ ਲੰਘਦਾ। Previously, many seasons, many years went by. I never became unsettled the way I feel tonight. I used to remain engrossed in my own dreams, but today
tonight, each moment is touching me and saying something to me. Perhaps it is saying that, come with me, come with me. I will make you meet the one you desired in every lifetime. ਤੇ ਅੱਜ ਰਾਤ ਹਰ ਇੱਕ ਪਲ ਮੈਨੂੰ ਛੂਹ ਕੇ ਲੰਘਦਾ ਤੇ ਬੋਲਦਾ ਨਹੀਂ, ਪਰ ਲੱਗਦਾ ਕਿ ਜਿਸ ਤਰ੍ਹਾਂ ਉਹ ਕਹਿ ਰਿਹਾ ਹੋਵੇ ਕਿ ਮੇਰੇ ਨਾਲ ਆ, ਮੇਰੇ ਨਾਲ ਆ, ਮੈਂ ਤੈਨੂੰ ਉਹਦੇ ਨਾਲ ਮਿਲਾਉਣਾ ਜਿਹਨੂੰ ਤੂੰ ਹਰ ਵਾਰੀ ਲੋਚਦੀ ਰਹੀ ਪਰ ਮਿਲ ਨਾ ਸਕੀ। ਹਰ ਪਲ ਸਾਨੂੰ ਛੂਹ ਕੇ ਲੰਘਦਾ, ਉਹਦੀ ਨਜ਼ਰ 'ਚ ਕੋਈ ਰਾਜ ਵੇ। ਹਰ ਪਲ ਸਾਨੂੰ ਛੂਹ ਕੇ ਲੰਘਦਾ, ਉਹਦੀ ਨਜ਼ਰ 'ਚ ਕੋਈ ਰਾਜ ਵੇ। ਉਹਦੀ ਨਜ਼ਰ 'ਚ ਕੋਈ ਹਰ ਪਲ ਲੰਘ ਲੰਘ ਗਈਆਂ ਰੁੱਤਾਂ ਵੇ ਸੱਜਣਾ, ਲੰਘੇ ਨਾ ਅੱਜ ਦੀ ਰਾਤ ਵੇ। ਵਾਹਿਗੁਰੂ, ਜਿਨ੍ਹਾਂ ਅੰਦਰ ਸੱਚਾ ਨੇ ਕਿਉਂ ਜੀਵਨ ਪਿਰੀ ਵੇ ਹੋਣੀਆਂ, ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁੰਨਿਆ। ਮਹਾਰਾਜ ਜੀ ਕਹਿੰਦੇ ਉਹਨੂੰ ਤੇ ਅਸੀਂ ਆਪ ਮੇਲ ਲੈਂਦੇ ਹਾਂ, ਆਪ ਮੇਲ ਲੈਂਦੇ ਹਾਂ ਬਾਹੋਂ ਫੜ ਕੇ, ਭਾਵੇਂ ਕਿੰਨੇ ਵੀ ਚਿਰਾਂ ਦਾ ਵਿਛੜਿਆ ਹੋਵੇ। ਪਰ ਸ਼ਰਤ ਉਹਦੇ ਅੰਦਰ ਇਸ਼ਕ ਦਾ ਦਰਦ ਹੋਵੇ। ਬਸ ਇਹੀ ਅਸੀਂ ਦੇਖਦੇ ਹਾਂ, ਹੋਰ ਕੁਛ ਵੀ ਨਹੀਂ। ਉਹਦੇ ਅੰਦਰ ਇਸ਼ਕ ਦਾ ਦਰਦ। ਗੁਰਮੁਖ ਮੇਲੇ ਆਪ ਨਾਨਕ, ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਸ਼ਨ। Maharaj ji says that those who are in ishq with me, those who are full with that mysterious pain of ishq, he says, I make that person meet me, no matter how, since when that person was separated from me, how far that person had gone from me. But if that person is this way, I make that person meet me. ਹਿਰਦੇ ਤੇ ਧਿਆਨ ਰੱਖਣਾ ਜੀ। ਥਾਲੇ ਵਿੱਚ ਤੈ ਵਸਤੂ ਪਈਓ,
ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਸਤ ਸੰਤੋਖ ਵਿਚਾਰ। ਕਹਿੰਦੇ ਹਿਰਦੇ ਵਿੱਚ ਅਸੀਂ, ਤੇਰੇ ਹਿਰਦੇ ਵਿੱਚ ਵਸਦੇ ਹਾਂ। ਵਸਦੇ ਤੇ ਉੱਪਰ ਹਨ, ਮਹਿਲਾਂ ਵਿੱਚ, ਸੀਸ ਵਿੱਚ, ਪਰ ਉਹ ਹੇਠਾਂ ਆਪਾਂ ਨੂੰ ਲੈਣ ਆਉਂਦੇ ਹਨ, ਲੈਣ ਆਉਂਦੇ ਹਨ। ਪਿਊਬਿਕ ਬੋਨ, ਰੀੜ ਤੇ ਐਂਡ ਤੇ ਸਾਰੀ ਜਗ੍ਹਾ ਤੇ ਆਪਾਂ ਨੂੰ ਮਿਲਦੇ ਹਨ, ਆ ਕੇ ਲੈਣ ਆਉਂਦੇ ਹਨ। ਪਰ ਹਿਰਦੇ ਵਿੱਚ ਫਿਰ ਇਸ਼ਕ ਦਾ ਰਿਸ਼ਤਾ ਬਣਦਾ ਹੈ। ਭਗਤ, ਉਹ ਆਪਾਂ ਨੂੰ ਭਗਤ ਬਣਾਉਂਦੇ ਹਨ। ਹਿਰਦੇ ਵਿੱਚ ਭਗਤ ਬਣੀਦਾ ਹੈ। ਇਸ਼ਕ ਨਾਲ ਐਕੁਆਇੰਟੈਂਸ, ਇਸ਼ਕ ਨਾਲ ਮੁਲਾਕਾਤ ਹੁੰਦੀ ਕਿ ਇਸ਼ਕ ਕਿਹੋ ਜਿਹਾ ਹੁੰਦਾ। ਤੇ ਕਹਿੰਦੇ ਅਸੀਂ ਉੱਥੇ ਹਾਂ, ਤੂੰ ਉੱਥੇ ਆ। ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਅਸੀਂ ਤੇਰੇ ਲਈ ਭੋਜਨ ਬਣਦੇ ਹਾਂ। ਤੂੰ ਡਰ ਜਾਵੇਂਗੀ ਭੋਜਨ? ਹਾਂ, ਤੂੰ ਡਰਨਾ। ਇਹ ਲਫ਼ਜ਼ ਗੱਲ ਕਰਨ ਲਈ ਲਫ਼ਜ਼ ਹਨ, ਪਰ ਉਹ ਬਾਹਰ ਵਾਲੇ, ਹਾਂਜੀ, ਉਹ ਬਾਹਰ ਵਾਲਾ ਭੋਜਨ ਜਿਹੜਾ ਉਹ ਸਰੀਰ ਦਾ ਭੋਜਨ ਹੈ। ਤੇਰਾ ਭੋਜਨ ਅਸੀਂ ਹਾਂ, ਤੇਰਾ ਭੋਜਨ ਅਸੀਂ ਹਾਂ। Maharaj Ji says that when you eat food, that food is the food for your body. But when you meet me, feel me, have me in your consciousness, then I become food for you. You need food. You need love. You need compassion. You need humility. You need to know the life. ਜਿਤ ਖਾਧੈ ਮਨ ਤ੍ਰਿਪਤੀਐ, ਪਾਈਐ ਮੋਖ ਦੁਆਰ। ਕਹਿੰਦੇ ਤੂੰ ਸਾਨੂੰ ਛਕ, ਸਾਨੂੰ ਮਹਿਸੂਸ ਕਰ। ਜਿੰਨਾ ਜ਼ਿਆਦਾ ਮਹਿਸੂਸ ਕਰੇਂਗੀ ਓਨਾ ਹੀ ਅਸੀਂ ਤੇਰੀ ਸੁਰਤੀ ਵਿੱਚ ਆਵਾਂਗੇ, ਤੇਰੇ ਵਿੱਚ ਆਵਾਂਗੇ। ਤੂੰ ਸੁਰਤੀ ਹੈ ਤੇ ਤੂੰ ਤ੍ਰਿਪਤ ਹੋ ਜਾਣਾ। ਪਾਈਏ ਮੋਖ ਦੁਆਰ, ਤੇਰੀ ਸੁਰਤੀ ਫਿਰ ਆਜ਼ਾਦ ਹੋ ਜਾਣੀ। ਤੇਰੀ ਸੁਰਤੀ ਆਜ਼ਾਦ ਹੋ ਜਾਣੀ, ਤੂੰ ਆਜ਼ਾਦ ਹੋ ਜਾਣਾ। ਤੂੰ ਚਾਹੁੰਦੀ ਨਹੀਂ ਆਜ਼ਾਦ ਹੋ ਜਾਏ। ਆਜ਼ਾਦ ਦਾ ਮਤਲਬ ਇਹ ਨਹੀਂ ਕਿ ਤੇਰਾ ਕਿਸੇ ਨਾਲ ਕੁਛ ਰਿਸ਼ਤਾ ਨਹੀਂ ਰਹਿਣਾ। ਤੇਰਾ ਬਹੁਤ ਹੀ ਪਿਆਰਾ ਰਿਸ਼ਤਾ ਬਣੂਗਾ। ਤੂੰ ਮਾਣੇਗੀ ਰਿਸ਼ਤਾ। ਅਸੀਂ ਤੇਰੇ ਰਿਸ਼ਤੇ ਤੋੜਨੇ ਨਹੀਂ ਚਾਹੁੰਦੇ, ਹੋਰ ਪਾਸਿਓਂ ਬਣਾਉਣਾ ਚਾਹੁੰਦੇ ਹਾਂ। ਇਹ ਭੋਜਨ ਅਲੱਭ ਹੈ ਸੰਤੋ। ਕਹਿੰਦੇ
ਕਹਿੰਦੀ ਬਹੁਤ ਮੁਸ਼ਕਿਲ ਨਾਲ ਲੱਭਦਾ ਹੈ ਇਹ ਭੋਜਨ ਪਰਮਾਤਮਾ। ਕਹਿੰਦੀ ਪਰਮਾਤਮਾ ਬਹੁਤ ਮੁਸ਼ਕਿਲ ਨਾਲ, ਇਹ ਸੰਤੋ ਪਰਮਾਤਮਾ ਮੁਸ਼ਕਿਲ ਨਾਲ ਲੱਭਦਾ ਹੈ। ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਇਹ ਭੋਜਨ ਅਲੱਭ ਹੈ ਸੰਤੋ। ਹਿਰਦੇ 'ਚ, ਹਿਰਦਾ ਗਾਵੇ ਜੀ ਪਲੀਜ਼। ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਲੱਭੈ ਗੁਰ ਵਿਚਾਰ। ਜਿਹੜਾ ਗੁਰੂ ਦੇ ਅੰਦਰ ਵਿਚਾਰ, ਜੇ ਵਿਚਾਰ ਤੈਨੂੰ ਉਹ ਆ ਜਾਵੇ ਤੇ ਫਿਰ ਰੱਬ ਮਿਲ ਜਾਂਦਾ। ਜੋ ਗੁਰੂ ਗੱਲ ਕਰਦਾ, ਜੇ ਉਹ ਤੂੰ ਉਸ ਗੱਲ ਨੂੰ ਫੜ ਲਵੇਂ ਤੇ ਰੱਬ ਮਿਲ ਜਾਂਦਾ ਹੈ। ਜੇ ਤੇਰਾ ਦਿਲ ਗੁਰੂ ਦੇ ਦਿਲ ਨਾਲ ਜੁੜ ਜਾਏ ਤੇ ਰੱਬ ਮਿਲ ਜਾਂਦਾ ਹੈ। ਉਹਦੀ ਗੱਲ ਉਹਦੇ ਦਿਲ ਵਿੱਚੋਂ ਆਉਂਦੀ ਹੈ, ਮਨ ਵਿੱਚੋਂ ਨਹੀਂ। ਤੂੰ ਆਪਣੇ ਦਿਲ ਦੀ ਤਾਰ ਗੁਰੂ ਦੇ ਦਿਲ ਦੀ ਤਾਰ ਨਾਲ ਜੋੜ। ਇਹ ਜਿਹੜੇ ਪ੍ਰੇਮ ਪੱਤਰ ਇਹ ਉਹਦੇ ਦਿਲ ਦੀ ਤਾਰ ਵਿੱਚ ਪਰੋਏ ਹੋਏ। ਇਹ ਪ੍ਰੇਮ ਪੱਤਰਾਂ ਦੇ ਲਫ਼ਜ਼ ਉਹਦੇ ਗੁਰੂ ਦੇ ਦਿਲ ਦੀ ਤਾਰ ਵਿੱਚ ਪਰੋਏ ਹੋਏ। ਤੂੰ ਵੀ ਆਪਣੇ ਦਿਲ ਦੀ ਤਾਰ ਉਸ ਤਾਰ ਨਾਲ ਜੋੜ ਤੇ ਉਹ ਲਫ਼ਜ਼ ਫਿਰ ਖੁੱਲ੍ਹਣਗੇ। ਤੈਨੂੰ ਸਮਝ ਆਊ ਕਿ ਮੈਨੂੰ ਕੀ ਲਿਖ ਕੇ ਭੇਜਿਆ ਹੈ। ਉਹ ਲਫ਼ਜ਼ਾਂ ਦੇ ਅੰਦਰੋਂ ਮਿਲਣਾ ਹੈ, ਬਾਹਰੋਂ ਨਹੀਂ। ਲੱਭੇ ਗੁਰ ਵਿਚਾਰ। ਜੇ ਗੁਰੂ ਦਾ ਵਿਚਾਰ ਜਿਹਨੇ ਪਕੜ ਲਿਆ, ਜਿਹੜਾ ਉਹਦੇ ਦਿਲ 'ਚੋਂ ਆਉਂਦਾ ਹੈ। Maharaj Ji says that God will meet you if you resonate with the Guru, if your heart resonates with his heart, if your heart is connected with Guru's heart, then you will understand what he is saying. Then you would have darshan, then you would be able to behold his message. ਫਿਰ ਤੂੰ ਉਹਦੇ ਸਨਾਹ ਨੂੰ ਦੇਖ ਸਕੇਗਾ। ਇਹ ਤੇ ਜਦੋਂ ਤੂੰ ਦੇਖ ਸਕਿਆ ਉਹਦਾ ਸਨਾਹ, ਤੇ ਤੇਰੇ ਅੰਦਰ ਪਰਮਾਤਮਾ ਮਦਾਨੀ ਬਣ ਕੇ ਫਿਰ ਤੇਰੇ ਹਿਰਦੇ ਵਿੱਚ ਪਰਮਾਤਮਾ ਨੇ ਮਦਾਨੀ ਬਣ ਕੇ ਤੇ ਫਿਰਨਾ ਹੈ। Maharaj Ji says, when you find the connection with the Guru, then the divine would appear in your heart area and would move like a churning device in the heart area. ਮਹਿਸੂਸ ਕਰਨਾ ਜੀ ਹਿਰਦੇ 'ਚ ਅੰਦਰ ਹੁਣ, ਅੰਦਰ ਉਹ ਫੇਫੜਿਆਂ, ਦਿਲ, ਹਿਰਦੇ ਵਿੱਚ ਪਰਮਾਤਮਾ।
ਇਹ ਮੁਦਾਮਣੀ ਕਿਉਂ ਵਿੱਚੋਂ ਕੱਢੀ ਐ, ਸਦਾ ਰੱਖੀ ਐ ਉਰ ਤਾਰ। ਕਹਿੰਦੇ ਮਦਾਨੀ ਇਹ ਚਰਨਿੰਗ ਡਿਵਾਈਸ ਹਿਰਦੇ ਚੋਂ ਕੱਢਣੀ ਨਹੀਂ ਚਾਹੀਦੀ, ਸਦਾ ਹੀ ਉਹ ਮਦਾਨੀ ਫਿਰਦੀ ਰਵੇ। ਹਾਊ ਬਿਊਟੀਫੁਲ, ਹਾਊ ਬਿਊਟੀਫੁਲ। Maharaj Ji says, make sure that that churning device, what God becomes, should always remain there in your heart area. Why he is moving like a churning device? He is mixing all your fragmented use into one. वो तेरे जो टुकड़े टुकड़े हुई सी सुरती, कोई इधर कोई उधर, रिड़क के उन्होंने एक करता है। ਇਹ ਮੁਦਾਮਣੀ ਸਤਿਗੁਰ ਪਾਈ, ਗੁਰ ਸਿੱਖਾਂ ਲੱਦੀ ਪਾਲ। ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਜੋ ਮਦਾਨੀ ਬਣ ਕੇ ਹਿਰਦੇ 'ਚ ਫਿਰਦਾ, ਉਹ ਗੁਰੂ ਨੇ ਪਾਈ ਮਦਾਨੀ, ਤੇ ਗੁਰਸਿੱਖ ਜਿਹੜੇ ਉਹ ਲੱਭ ਲੈਂਦੇ ਉਹਨੂੰ। He says, Guru, because of the Guru, the divine appears and moves like a churning device in the heart area. Because of the Guru and his devotees search and find that God. ਇਹ ਮੁਦਾਮਣੀ ਸਤਿਗੁਰ ਪਾਈ। ਹਾਂਜੀ, ਹਿਰਦੇ 'ਚ ਜੀ ਨਾਲੇ ਉਹਨਾਂ ਨੂੰ ਮਹਿਸੂਸ ਕਰਨਾ ਪਲੀਜ਼, ਮਸਤ ਹੋ ਕੇ। ਇਹ ਮੁਦਾਮਣੀ ਸਤਿਗੁਰ ਪਾਈ, ਗੁਰ ਸਿੱਖਾਂ ਲੱਦੀ ਪਾਲ। ਇਹ ਮੁਦਾਮਣੀ ਸਤਿਗੁਰ ਪਾਈ, ਗੁਰ ਸਿੱਖਾਂ ਲੱਦੀ ਪਾਲ। ਜੀ 10 ਦੇਣਾ ਚਾਹੀਦਾ ਜੀ। ਇੱਕ ਬੀਬਾ ਉਹ ਇਕੱਲੇ ਗਾ ਰਹੇ ਸੀ ਤੇ ਉਹਨਾਂ ਨੂੰ 10 ਦੇਣਾ ਚਾਹੀਦਾ।
ईश तेरा खत तेरा खत अज सानू दूत जिहा लगे आवे दूत आखदे अंबैसडर नू अंबैसडर जो तेरे दिल दी गल साडे कोल लैके आया सी टुडे इट फेल्ट लाइक that your love letter is your ambassador who carries your heartfelt message for me. दूत एम्बेसडर ਨੂੰ ਜਿਸ ਤਰ੍ਹਾਂ ਕਿ ਅਮਰੀਕਾ ਦਾ ਦੂਤ ਫਲਾਣਾ ਇੰਡੀਆ ਦੇ ਵਿੱਚ ਅਮਰੀਕਾ ਦਾ ਦੂਤ ਸੋ ਇਹਨਾਂ ਲਫ਼ਜ਼ਾਂ ਨੂੰ ਲਾਈਨਾਂ ਨੂੰ ਆਪਣੀ ਬਣਾ ਕੇ ਪੜ੍ਹਨਾ ਜੀ ਤਾਂ ਕਿ ਉਹਦਾ ਫਿਰ ਉਹਦਾ ਅਸਰ ਹੁੰਦਾ ਉਹਦਾ ਮਤਲਬ ਨਿਕਲਦਾ ਕੁਝ ਤੇਰਾ ਖਤ ਅੱਜ ਸਾਨੂੰ ਦੂਤ ਜਿਹਾ ਲੱਗੇ ਆਵੇ ਮੈਂ ਫੜ ਉਹਨੂੰ ਬਹਿ ਗਈ ਸਾਂ ਤੇਰਾ ਖਤ ਅੱਜ ਸਾਨੂੰ ਦੂਤ ਜਿਹਾ ਲੱਗੇ ਆਵੇ ਮੈਂ ਫੜ ਉਹਨੂੰ ਬਹਿ ਗਈ ਸਾਂ ਖੁੱਲ ਕੇ ਜੀ ਮੈਂ ਫੜ ਉਹਨੂੰ ਬਹਿ ਤੇਰਾ ਖਤ ਅੱਜ ਸਾਨੂੰ ਮੈਂ ਫੜ ਉਹਨੂੰ ਤੇਰਾ ਖਤ ਅੱਜ ਸਾਨੂੰ ਤੇਰਾ ਖਤ ਅੱਜ ਸਾਨੂੰ ਕਰਦੀ ਰਹੀ ਗੱਲਾਂ ਮੈਂ ਆਪਣੇ ਹੀ ਵੈਨ ਵਿੱਚ ਮੈਂ ਬੇਖਬਰ ਦੁਨੀਆ ਤੋਂ ਆਪਣੇ ਆਪ ਤੋਂ ਆਪਣੀਆਂ ਗੱਲਾਂ ਤੇਰੇ ਖਤ ਨਾਲ ਕਰਦੀ ਰਹੀ ਕਮਲਿਆਂ ਵਾਂਗੂ ਤੇ ਉਹਨੂੰ ਪੁੱਛਿਆ ਹੀ ਨਹੀਂ ਤੇਰੇ ਖਤ ਨੂੰ ਤੂੰ ਕਿਸ ਤਰ੍ਹਾਂ ਹੈ I kept talking myself while holding your letter in my hands.
I was saying many things, remembering, saying, and I didn't even ask your letter, your ambassador, how are you? ਕਰਦੀ ਰਹੀ ਗੱਲਾਂ ਮੈਂ ਆਪਣੇ ਹੀ ਵੈਨ ਵਿੱਚ ਤੇ ਕੁਝ ਪੁੱਛਣਾ ਵੀ ਭੁੱਲ ਗਈ ਸਾਂ ਕਰਦੀ ਰਹੀ ਗੱਲਾਂ ਮੈਂ ਆਪਣੇ ਹੀ ਵੈਨ ਵਿੱਚ ਤੇ ਕੁਝ ਪੁੱਛਣਾ ਹੀ ਭੁੱਲ ਗਈ ਸਾਂ ਆਪਣੇ ਹੀ ਵੈਨ ਵਿੱਚ ਪੁੱਛਣਾ ਹੀ ਕਰਦੀ ਰਹੀ ਗੱਲਾਂ ਮੈਂ ਆਪਣੇ ਹੀ ਵੈਨ ਤੇ ਕੁਝ ਤੇ ਕੁਝ ਕਰਦੀ ਰਹੀ ਗੱਲਾਂ ਮੈਂ ਉਸ ਵੈਨ ਵਿੱਚ ਬਹਿ ਜਾਣਾ ਜੀ ਆਪਾਂ ਸਭ ਕੁਝ ਭੁੱਲ ਜਾਵੇ ਕਰਦੀ ਰਹੀ ਗੱਲਾਂ ਮੈਂ ਆਪਣੇ ਹੀ ਵੈਨ ਵਿੱਚ ਤੇ ਕੁਝ ਪੁੱਛਣਾ ਹੀ ਭੁੱਲ ਗਈ ਸਾਂ ਕਰਦੀ ਰਹੀ ਗੱਲਾਂ ਮੈਂ ਮਹਿਕ ਜਿਹੀ ਉੱਠਦੀ ਏ ਅੱਖਾਂ 'ਤੇ ਸੁਰਤੀ ਲਿਆਉਣੀ ਜੀ ਪਲੀਜ਼ ਫੀਲ ਦਾ eyeballs in their sockets and feel they are wet. They are wet with that pain of ishq. ਅੱਖਾਂ 'ਤੇ ਧਿਆਨ ਲਿਆਉਣਾ ਜੀ ਤੇ ਮਹਿਸੂਸ ਕਰਨਾ ਕਿ ਅੱਖਾਂ ਪਲਕਾਂ ਦੇ ਹੇਠਾਂ ਗਿੱਲੀਆਂ ਹੋਈਆਂ ਹਨ ਕਿਸੇ ਦਰਦ ਨਾਲ
ਕਿਸੇ ਦਰਦ ਨਾਲ। ਮਹਿਕ ਜਿਹੀ ਉੱਠਦੀ ਏ ਨੈਣਾ ਅੱਜ ਮੇਰਿਆਂ ਚੋਂ, ਖਤ ਜਿਨ੍ਹਾਂ ਨਾਲ ਵੇਂਦੀ ਸਾਂ। ਮੈਂ ਵੇਖਿਆ, ਮੈਂ ਜਿੰਨਾ ਅੱਖਾਂ ਨਾਲ ਤੇਰੇ ਖੱਤ ਨੂੰ ਦੇਖਦੀ ਸਾਂ, ਉਹਨਾਂ ਅੱਖਾਂ ਵਿੱਚ ਮਹਿਕ ਜਿਹੀ ਆਉਂਦੀ। I'm feeling that my eyes, who are looking at your letter, I'm feeling a sweet fragrance in my eyes. This must be the fragrance of your heart. ਮੈਂ ਤੇਰੀ ਚਿੱਠੀ ਨੂੰ ਦੇਖਦੀ ਰਹੀ, ਉਹਨੂੰ ਲੈ ਕੇ ਬੈਠ ਗਈ ਸਾਂ। ਬੈਠੀ ਰਹੀ, ਉਹਦੇ ਵੱਲ ਦੇਖਦੀ ਰਹੀ ਤੇ ਆਪਣੇ ਵਹਿਣ ਵਿੱਚ ਗੱਲਾਂ ਕਰਦੀ ਰਹੀ। ਤੇ ਮੈਂ ਦੇਖਿਆ ਕਿ ਮੇਰੀਆਂ ਅੱਖਾਂ ਜੋ ਤੇਰੇ ਖੱਤ ਨੂੰ ਦੇਖਦੀਆਂ ਰਹੀਆਂ ਸੀ, ਇਹਨਾਂ ਵਿੱਚੋਂ ਮਹਿਕ ਆ ਰਹੀ। ਮਹਿਕ ਜਿਹੀ ਉੱਠਦੀ ਏ ਨੈਣਾ ਅੱਜ ਮੇਰਿਆਂ ਚੋਂ, ਖਤ ਜੀ ਕਾਹਲੀ ਨਹੀਂ ਕਰਨੀ ਪਲੀਜ਼। ਕੋਸ਼ਿਸ਼ ਕਰਨਾ ਕਿ ਆਪਾਂ ਡੁੱਬ ਜਾਈਏ, ਸਮਾਧੀ ਵਿੱਚ ਚਲੇ ਜਾਈਏ ਤੇ ਆਪਾਂ ਨੂੰ ਇਸ਼ਕ ਨਾਲ ਮੁਲਾਕਾਤ ਹੋਵੇ। ਸਾਰੀ ਸੰਗਤ ਨੂੰ ਅਤੀ ਅਦਬ ਤੇ ਸਤਿਕਾਰ ਨਾਲ ਪਲ ਪਲ ਜੀ ਆਇਆਂ, ਜੀ ਆਇਆਂ। ਮਹਿਕ ਜਿਹੀ ਉੱਠਦੀ ਏ ਨੈਣਾ ਅੱਜ ਮੇਰਿਆਂ ਚੋਂ, ਖਤ ਜਿਨ੍ਹਾਂ ਨਾਲ ਵੇਂਦੀ ਸਾਂ। ਮਹਿਕ ਜਿਹੀ ਉੱਠਦੀ ਏ ਨੈਣਾ ਅੱਜ ਮੇਰਿਆਂ ਚੋਂ, ਖਤ ਜਿਨ੍ਹਾਂ ਨਾਲ ਵੇਖਦੀ ਸਾਂ। ਮਹਿਕ ਜਿਹੀ ਨੈਣਾ ਅੱਜ ਖਤ ਜਿਨ੍ਹਾਂ ਨਾਲ ਮਹਿਕ ਜਿਹੀ ਉੱਠਦੀ ਏ ਨੈਣਾ ਅੱਜ ਮੇਰਿਆਂ ਚੋਂ, ਖਤ ਵੇ